ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਅਖਬਾਰਾਂ, ਟੀਵੀ ਚੈਨਲਾਂ, ਮੈਗਜ਼ੀਨਾਂ ਅਤੇ ਪੁਸਤਕਾਂ ਦੇ ਵੱਖ-ਵੱਖ ਤਰ੍ਹਾਂ ਦੇ ਗ੍ਰਾਫ ਦੇਖੇ ਹੋਣਗੇ। ਆਓ ਅਸੀਂ ਗ੍ਰਾਫਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਗ੍ਰਾਫ ਦਾ ਉਦੇਸ਼ ਸੰਖਿਆਤਮਕ ਤੱਥਾਂ ਨੂੰ ਚਿੱਤਰਾਂ ਦੁਆਰਾ ਦਿਖਾਉਣਾ ਹੈ, ਜਿਸ ਨਾਲ ਉਹ ਜਲਦੀ, ਸੌਖੇ ਅਤੇ ਸਪਸ਼ਟ ਢੰਗ ਨਾਲ ਸਮਝੇ ਜਾ ਸਕਦੇ ਹਨ। ਅੰਕੜਿਆਂ ਨੂੰ ਸਾਰਣੀ ਰੂਪ ਵਿੱਚ ਵੀ ਦਰਸਾਇਆ ਜਾਂਦਾ ਹੈ। ਅਸੀਂ ਹੁਣ ਤੱਕ ਅਨੇਕਾਂ ਪ੍ਰਕਾਰ ਦੇ ਗ੍ਰਾਫ ਦੇਖ ਚੁੱਕੇ ਹਾਂ। ਆਓ ਉਹਨਾਂ ਨੂੰ ਵੇਖ ਕੇ ਸਮਝਣ ਦੀ ਕੋਸ਼ਿਸ਼ ਕਰੀਏ। ਸਭ ਤੋਂ ਪਹਿਲੇ ਛੜ ਗ੍ਰਾਫ ਬਾਰੇ ਚਰਚਾ ਕਰਾਂਗੇ। ਛੜ ਗ੍ਰਾਫ ਵੱਖ-ਵੱਖ ਸ਼੍ਰੇਣੀਆਂ ਵਿੱਚ ਤੁਲਨਾ ਕਰਨ ਦੇ ਕੰਮ ਆਉਂਦਾ ਹੈ। ਇਸ ਵਿੱਚ ਦੋ ਜਾਂ ਜ਼ਿਆਦਾ ਸਮਾਂਤਰ ਛੜ, ਬਾਰ ਜਾਂ ਆਇਤ ਹੁੰਦੇ ਹਨ, ਜੋ ਕਿ ਇੱਕ ਦੂਜੇ ਤੋਂ ਬਰਾਬਰ ਦੀ ਦੂਰੀ ਤੇ ਹੁੰਦੇ ਹਨ। ਨੰਬਰ 2, ਆਇਤ ਚਿੱਤਰ। ਆਇਤ ਚਿੱਤਰ ਵੀ ਬਾਰ ਗ੍ਰਾਫ ਦੀ ਤਰ੍ਹਾਂ ਹੀ ਹੁੰਦਾ ਹੈ, ਜੋ ਕਿ ਅੰਕੜਿਆਂ ਨੂੰ ਲਗਾਤਾਰ ਅੰਤਰਾਲ ਵਿੱਚ ਦਰਸਾਉਂਦਾ ਹੈ। ਇਸ ਵਿੱਚ ਅਸੀਂ ਅੰਤਰਾਲਾਂ ਨੂੰ ਨਾਲ-ਨਾਲ ਦਿੱਤੇ ਬਾਰ ਨਾਲ ਦਰਸਾਉਂਦੇ ਹਾਂ। ਲਗਾਤਾਰ ਅੰਕੜਿਆਂ ਲਈ ਆਇਤ ਚਿੱਤਰ ਬਣਾਇਆ ਜਾਂਦਾ ਹੈ। ਨੰਬਰ 3, ਚੱਕਰ ਗ੍ਰਾਫ ਜਾਂ ਪਾਈ ਚਾਰਟ। ਚੱਕਰ ਗ੍ਰਾਫ ਕਿਸੇ ਸੰਪੂਰਨ ਦੋ ਵੱਖ-ਵੱਖ ਭਾਗਾਂ ਦੀ ਤੁਲਨਾ ਕਰਨ ਦੇ ਲਈ ਉਪਯੋਗ ਕੀਤਾ ਜਾਂਦਾ ਹੈ। ਪੂਰਾ ਚੱਕਰ ਸੰਪੂਰਨ ਭਾਗ ਨੂੰ ਦਰਸਾਉਂਦਾ ਹੈ। ਇਹ ਚਿੱਤਰ ਇੱਕ ਗ੍ਰਾਫ ਦਾ ਹੈ। ਇਹ ਦੂਰਦਰਸ਼ਨ ਦੇ ਵੱਖ-ਵੱਖ ਚੈਨਲਾਂ ਦੇ ਦਰਸ਼ਕਾਂ ਦੀ ਪ੍ਰਤੀਸ਼ਤਤਾ ਨੂੰ ਦਰਸਾਉਂਦਾ ਹੈ। ਜਿਵੇਂ ਕਿ ਤੁਸੀਂ ਚਿੱਤਰ ਵਿੱਚ ਦੇਖ ਰਹੇ ਹੋ, 10% ਲੋਕ ਜਾਣਕਾਰੀ ਦੇ ਲਈ ਦੇਖਦੇ ਹਨ, 15% ਲੋਕ ਖਬਰਾਂ ਸੁਣਦੇ ਹਨ, 25% ਲੋਕ ਖੇਡਾਂ ਖੇਡਦੇ ਹਨ ਅਤੇ 50% ਲੋਕ ਮਨੋਰੰਜਨ ਲਈ ਚੈਨਲ ਨੂੰ ਦੇਖਦੇ ਹਨ। ਰੇਖੀ ਗ੍ਰਾਫ। ਰੇਖੀ ਗ੍ਰਾਫ ਅਨੇਕ ਰੇਖਾ ਖੰਡਾਂ ਨੂੰ ਆਪਸ ਵਿੱਚ ਮਿਲਾ ਕੇ ਬਣਾਇਆ ਜਾਂਦਾ ਹੈ। ਕਦੇ-ਕਦੇ ਇਹ ਗ੍ਰਾਫ ਇੱਕ ਪੂਰੀ ਰੇਖਾ ਵੀ ਹੋ ਸਕਦਾ ਹੈ। ਉਦਾਹਰਨ ਦੇ ਤੌਰ ਤੇ ਰੇਨੂ ਬਿਮਾਰ ਹੋਈ ਸੀ ਤਾਂ ਉਸ ਦੇ ਡਾਕਟਰ ਨੇ 4-4 ਘੰਟੇ ਬਾਅਦ ਉਸ ਦੇ ਸਰੀਰਕ ਤਾਪਮਾਨ ਦਾ ਰਿਕਾਰਡ ਕੀਤਾ। ਇਹ ਇੱਕ ਗ੍ਰਾਫ ਦੇ ਰੂਪ ਵਿੱਚ ਸੀ। ਦਿੱਤੀ ਗਈ ਸਾਰਣੀ ਅੰਕੜਿਆਂ ਦਾ ਚਿੱਤਰ ਰੂਪ ਵਿੱਚ ਪ੍ਰਦਰਸ਼ਨ ਹੈ। ਇਸ ਸਾਰਣੀ ਵਿੱਚ ਸਮਾਂ 6 ਵਜੇ ਸਵੇਰੇ, ਤਾਪਮਾਨ 37 ਡਿਗਰੀ ਸੈਲਸੀਅਸ, ਸਮਾਂ 10 ਵਜੇ ਸਵੇਰੇ, ਤਾਪਮਾਨ 40 ਡਿਗਰੀ ਸੈਲਸੀਅਸ, ਸਮਾਂ 2 ਵਜੇ ਦੁਪਹਿਰੇ, ਤਾਪਮਾਨ 38 ਡਿਗਰੀ ਸੈਲਸੀਅਸ ਅਤੇ ਸਮਾਂ 6 ਵਜੇ ਸ਼ਾਮ ਤੇ ਤਾਪਮਾਨ 35 ਡਿਗਰੀ ਸੈਲਸੀਅਸ ਹੈ। ਇਸ ਤਰ੍ਹਾਂ ਇਹ ਸਾਰਣੀ ਬਣ ਗਈ ਹੈ। ਇਸ ਸਾਰਣੀ ਤੋਂ ਹੁਣ ਆਪਾਂ ਰੇਖੀ ਗ੍ਰਾਫ ਤਿਆਰ ਕਰਨਾ ਹੈ। ਰੇਖੀ ਗ੍ਰਾਫ ਦੇ ਲੇਟਵੀਂ ਰੇਖਾ, ਜਿਸ ਨੂੰ x ਧੁਰਾ ਵੀ ਕਿਹਾ ਜਾਂਦਾ ਹੈ, तो ਇੱਥੇ ਆਪਣੇ ਕੋਲ ਸਮਾਂ ਹੋ ਜਾਏਗਾ 6 ਵਜੇ ਸਵੇਰੇ, 10 ਵਜੇ ਸਵੇਰੇ, 2 ਵਜੇ ਦੁਪਹਿਰੇ ਅਤੇ 6 ਵਜੇ ਸ਼ਾਮ ਨੂੰ। ਖੜਵੀਂ ਰੇਖਾ, ਜਿਸ ਨੂੰ y ਧੁਰਾ ਕਿਹਾ ਜਾਂਦਾ ਹੈ, ਉਹ ਤਾਪਮਾਨ ਦਿਖਾਉਂਦਾ ਹੈ। तो ਤਾਪਮਾਨ ਨੂੰ ਆਪਾਂ 30 डिग्री ਸੈਲਸੀਅਸ, 32 डिग्री, 34 डिग्री, 36 डिग्री, 38 डिग्री, 40 डिग्री, 42 डिग्री ਬਰਾਬਰ ਅੰਤਰਾਲਾਂ ਵਿੱਚ
ਲੈਂਦੇ ਹਾਂ। तो इस तरह 6 ਵਜੇ ਸਵੇਰੇ ਤਾਪਮਾਨ ਕਿੰਨਾ ਸੀ 37 ਡਿਗਰੀ। तो ਆਪਾਂ 6 ਵਜੇ 37 ਡਿਗਰੀ ਤੇ ਇੱਕ ਬਿੰਦੂ ਅੰਕਿਤ ਕਰ ਦਿੰਨੇ ਹਾਂ। ਉਸੇ ਤਰ੍ਹਾਂ 10 ਵਜੇ ਸਵੇਰੇ ਤਾਪਮਾਨ 40 ਡਿਗਰੀ ਸੀ। तो ਇੱਥੇ ਆਪਾਂ ਬਿੰਦੂ ਦੀ ਸਥਿਤੀ ਅਨੁਸਾਰ 40 ਤੇ ਬਿੰਦੂ ਲਗਾ ਦਿੰਨੇ ਹਾਂ। ਉਸੇ ਤਰ੍ਹਾਂ 2 ਵਜੇ ਆਪਣਾ ਤਾਪਮਾਨ 38 ਡਿਗਰੀ ਸੈਲਸੀਅਸ ਸੀ ਅਤੇ 6 ਵਜੇ ਤਾਪਮਾਨ 35 ਡਿਗਰੀ ਸੈਲਸੀਅਸ ਸੀ। ਇਹ ਆਪਣੇ ਕੋਲ 4 ਬਿੰਦੂ ਬਣ ਗਏ ਹਨ। ਇਹਨਾਂ ਬਿੰਦੂਆਂ ਨੂੰ ਰੇਖਾ ਖੰਡਾਂ ਨਾਲ ਮਿਲਾ ਦਿੱਤਾ ਗਿਆ। ਇਸ ਤਰ੍ਹਾਂ ਆਪਣੇ ਕੋਲ ਰੇਖੀ ਗ੍ਰਾਫ ਬਣ ਗਿਆ। ਬੱਚਿਓ, ਹੁਣ ਅਸੀਂ ਸਿੱਖਾਂਗੇ ਕਿ ਵਰਗੀਕ੍ਰਿਤ ਕਾਗਜ਼ ਤੇ ਬਿੰਦੂ ਨੂੰ ਆਸਾਨੀ ਨਾਲ ਕਿਵੇਂ ਅੰਕਿਤ ਕੀਤਾ ਜਾਂਦਾ ਹੈ। ਬੱਚਿਓ, ਕੀ ਤੁਸੀਂ ਬਿੰਦੂ A ਦੀ ਸਥਿਤੀ ਨੂੰ ਬਲੈਕਬੋਰਡ ਤੇ ਦੱਸ ਸਕਦੇ ਹੋ? ਹਾਂਜੀ ਮੈਡਮ ਜੀ, ਇਹ ਬਿੰਦੂ ਬਲੈਕਬੋਰਡ ਦੇ ਉੱਪਰ ਵਾਲੇ ਅੱਧੇ ਭਾਗ ਵਿੱਚ ਹੈ। ਮੈਡਮ, ਇਹ ਬਿੰਦੂ ਬਲੈਕਬੋਰਡ ਦੇ ਖੱਬੇ ਪਾਸੇ ਦੇ ਕਿਨਾਰੇ ਕੋਲ ਹੈ। ਮੈਡਮ, ਇਹ ਬਿੰਦੂ ਬਲੈਕਬੋਰਡ ਦੇ ਉੱਪਰ ਵਾਲੇ ਅੱਧੇ ਭਾਗ ਵਿੱਚ ਹੈ। ਮੈਡਮ ਜੀ, ਇਹ ਬਿੰਦੂ ਬਲੈਕਬੋਰਡ ਦੇ ਖੱਬੇ ਪਾਸੇ ਦੇ ਕੋਨੇ ਦੇ ਕੋਲ ਹੈ। ਮੈਡਮ ਜੀ, ਇਹ ਬਿੰਦੂ ਉੱਪਰ ਵਾਲੇ ਖੱਬੇ ਕੋਨੇ ਦੇ ਬਿਲਕੁਲ ਕੋਲ ਹੈ। ਬੱਚਿਓ, ਕੀ ਇਹਨਾਂ ਵਿੱਚੋਂ ਕੋਈ ਵੀ ਕਥਨ ਜੋ ਤੁਹਾਡੇ ਸਾਥੀਆਂ ਨੇ ਬੋਲਿਆ ਬਿੰਦੂ ਦੀ ਸਥਿਤੀ ਨੂੰ ਸਹੀ ਨਿਸ਼ਚਿਤ ਕਰਦਾ ਹੈ? ਤੁਸੀਂ ਨਹੀਂ ਦੱਸ ਸਕਦੇ ਕਿਉਂ? ਤੁਸੀਂ ਸਾਰੇ ਇਸ ਬਾਰੇ ਸੋਚੋ। ਮੈਡਮ ਜੀ, ਇਹ ਬਿੰਦੂ ਬਲੈਕਬੋਰਡ ਦੇ ਖੱਬੇ ਕਿਨਾਰੇ ਤੋਂ 90 ਸੈਂਟੀਮੀਟਰ ਦੂਰ ਹੈ। ਕੀ ਤੁਸੀਂ ਸਮਝਦੇ ਹੋ ਕਿ ਜੋ ਰੇਖਾ ਨੇ ਕਿਹਾ ਉਹ ਸਹੀ ਕਥਨ ਹੈ? ਅਸੀਂ ਇਸ ਤੋਂ ਵੀ ਜ਼ਿਆਦਾ ਬਰੀਕੀ ਨਾਲ ਸੋਚਣਾ ਹੈ। ਹੋਰ ਕੋਈ ਬੱਚਾ ਦੱਸ ਸਕਦਾ ਹੈ? ਮੈਡਮ ਜੀ, ਇਹ ਬਿੰਦੂ ਬਲੈਕਬੋਰਡ ਦੇ ਖੱਬੇ ਕਿਨਾਰੇ ਤੋਂ 90 ਸੈਂਟੀਮੀਟਰ ਅਤੇ ਹੇਠਲੇ ਕਿਨਾਰੇ ਤੋਂ 160 ਸੈਂਟੀਮੀਟਰ ਦੂਰੀ ਤੇ ਸਥਿਤ ਹੈ। ਹਾਂਜੀ ਬੱਚਿਓ, ਸੀਮਾ ਨੇ ਬਿਲਕੁਲ ਸਹੀ ਸਥਿਤੀ ਦੱਸੀ ਹੈ। ਅਸੀਂ ਬਿੰਦੂ ਦੀ ਸਥਿਤੀ ਨੂੰ ਇਸ ਪ੍ਰਕਾਰ ਲਿਖ ਕੇ ਦਰਸਾਉਂਦੇ ਹਾਂ 90,160। ਹੁਣ ਅਸੀਂ ਇੱਕ ਹੋਰ ਉਦਾਹਰਨ ਲਵਾਂਗੇ। ਤੁਸੀਂ ਸਾਰੇ ਬੱਚੇ ਕਦੀ ਨਾ ਕਦੀ ਫਿਲਮ ਦੇਖਣ ਤਾਂ ਗਏ ਹੋਵੋਗੇ। ਹਾਂਜੀ ਮੈਡਮ ਜੀ। ਤੁਸੀਂ ਜਦੋਂ ਥੀਏਟਰ ਵਿੱਚ ਜਾਂਦੇ ਹੋ ਅਤੇ ਆਪਣੀ ਸੀਟ ਨੂੰ ਲੱਭਦੇ ਹੋ ਤਾਂ ਉਸ ਦੇ ਲਈ ਤੁਹਾਨੂੰ 2 ਸੰਖਿਆਵਾਂ ਦੀ ਜ਼ਰੂਰਤ ਪੈਂਦੀ ਹੈ, ਇੱਕ ਲਾਈਨ ਨੰਬਰ ਅਤੇ ਇੱਕ ਸੀਟ ਦਾ ਨੰਬਰ। ਹੁਣ ਐਦਾਂ ਹੀ ਆਪਾਂ ਨੂੰ ਕਿਸੇ ਤਲ ਤੋਂ ਕਿਸੇ ਵੀ ਬਿੰਦੂ ਦੀ ਸਥਿਤੀ ਨਿਰਧਾਰਿਤ ਕਰਨ ਲਈ ਇਹੀ ਵਿਧੀ ਵਰਤਣੀ ਪੈਂਦੀ ਹੈ। ਬੱਚਿਓ, ਇਸੇ ਤਰ੍ਹਾਂ ਹੁਣ ਅਸੀਂ ਬਿੰਦੂ 3,4 ਦੀ ਸਥਿਤੀ ਨੂੰ ਦੱਸਾਂਗੇ। ਬਿੰਦੂ 3,4 ਜਿਸ ਦੀ ਦੂਰੀ ਖੱਬੇ ਕਿਨਾਰੇ ਤੋਂ 3 ਇਕਾਈਆਂ ਅਤੇ ਹੇਠਲੇ ਕਿਨਾਰੇ ਤੋਂ 4 ਇਕਾਈਆਂ ਹਨ, ਵਰਗੀਕ੍ਰਿਤ ਕਾਗਜ਼ ਤੇ ਅੰਕਿਤ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਗ੍ਰਾਫ ਵਾਲਾ ਕਾਗਜ਼ ਵੀ ਇੱਕ ਵਰਗੀਕ੍ਰਿਤ ਕਾਗਜ਼ ਹੀ ਹੈ। ਇਸ ਤੇ ਅਸੀਂ x ਧੁਰਾ ਅਤੇ y ਧੁਰਾ ਨੂੰ ਦਰਸਾਉਂਦੇ ਹਾਂ ਅਤੇ ਫਿਰ ਉਸ ਤੇ ਬਿੰਦੂ ਦੀ ਸਥਿਤੀ ਨਿਰਧਾਰਿਤ ਕਰਦੇ ਹਾਂ। ਸੰਖਿਆ 3 ਬਿੰਦੂ ਦੇ ਨਿਰਦੇਸ਼ ਅੰਕ ਨੂੰ ਅਤੇ ਸੰਖਿਆ 4 ਬਿੰਦੂ ਦੇ y ਨਿਰਦੇਸ਼ ਅੰਕ ਨੂੰ ਦਰਸਾਉਂਦਾ ਹੈ। ਇਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ 3,4 ਬਿੰਦੂ ਦੇ ਨਿਰਦੇਸ਼ ਅੰਕ ਹਨ।